हाँ जी, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੀ ਹਾਲ ਨੇ ਤੁਹਾਡੇ ਸਾਰਿਆਂ ਦੇ? ਉਮੀਦ ਕਰਦੀ ਹਾਂ ਤੁਸੀਂ ਬਿਲਕੁਲ ਠੀਕ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ। ਸੋ ਜਿਵੇਂ ਕਿ ਮੈਂ ਇੱਕ ਵੀਡੀਓ ਪਾਈ ਸੀਗੀ ਜੋ ਮੇਰੀ ਬਹੁਤ ਸਾਰੇ ਲੋਕਾਂ ਨੇ ਦੇਖੀ, ਮੇਰਾ ਇੰਗਲਿਸ਼ ਦਾ ਸਫ਼ਰ, ਮੇਰਾ ਆਇਲਸ ਦਾ ਸਫ਼ਰ 2012 ਤੋਂ ਲੈ ਕੇ ਤੇ 2019 ਤੱਕ 7 ਸਾਲ ਲਗਾਤਾਰ ਚੱਲਦਾ ਰਿਹਾ। ਸੋ ਉਹਦੇ ਬਾਰੇ ਮੈਂ ਦੱਸਿਆ ਸੀਗਾ ਜੀ। ਸੋ ਜਿਸ ਨੇ ਉਹ ਵੀਡੀਓ ਮੇਰੀ ਨਹੀਂ ਦੇਖੀ, ਸੋ ਮੈਂ ਉਹਨੂੰ ਕਹਿਣਾ ਚਾਹੁੰਦੀ ਹਾਂ YouTube ਤੇ ਜਾ ਕੇ ਹਰਜੀਤ ਕੌਰ ਬੜਰੁੱਖਾਂ ਮੇਰਾ ਚੈਨਲ ਹੈ, ਉੱਥੇ ਜਾ ਕੇ ਪਹਿਲਾਂ ਉਹ ਵੀਡੀਓ ਦੇਖਿਓ ਤੇ ਫਿਰ ਆ ਸੈਕਿੰਡ ਪਾਰਟ ਵੀਡੀਓ ਦਾ ਦੇਖਿਓ ਤਾਂ ਤੁਹਾਨੂੰ ਸਮਝ ਆਊਗੀ। ਦੇਖੋ ਜੀ, ਪਹਿਲੀ ਗੱਲ ਤਾਂ ਆਪਾਂ ਇੰਗਲਿਸ਼ ਹੈ ਨਾ, ਜ਼ਰੂਰੀ ਨਹੀਂ ਹੈਗਾ ਕਿ ਆਪਾਂ ਬਾਹਰ ਜਾਣ ਲਈ ਸਿੱਖਦੇ ਹਾਂ, ਕਿ ਆਪਾਂ ਹੈ ਨਾ ਕਿਸੇ ਕੰਟਰੀ 'ਚ ਜਾਣਾ ਤਾਂ ਸਾਨੂੰ ਲੋੜ ਆ। ਇੰਗਲਿਸ਼ ਦੀ ਲੋੜ ਤਾਂ ਅੱਜ ਕੱਲ੍ਹ ਹਰ ਜਗ੍ਹਾ 'ਤੇ ਆ, ਕਿਉਂਕਿ ਸਾਡੀ ਇਹ ਇੰਟਰਨੈਸ਼ਨਲ ਭਾਸ਼ਾ। ਸੋ ਜੇ ਮੰਨ ਲਓ ਤੁਹਾਡੇ ਆਪਣੇ ਪੰਜਾਬ ਦੇ ਵਿੱਚ ਬਾਹਰੋਂ ਲੋਕੀ ਆਉਂਦੇ ਆ ਤਾਂ ਓਬਵੀਅਸਲੀ ਆ ਕਿ ਉਹਨਾਂ ਨੂੰ ਇੰਗਲਿਸ਼ ਆਉਂਦੀ ਆ ਤੇ ਉਹਨਾਂ ਨੂੰ ਪੰਜਾਬੀ ਹਿੰਦੀ ਜਾਂ ਨਹੀਂ ਆਉਂਦੀ ਆ ਨਾ, ਕਈ ਲੋਕ ਇਦਾਂ ਦੇ ਹੁੰਦੇ ਆ। ਸੋ ਜੇ ਸਾਨੂੰ ਇੰਗਲਿਸ਼ ਆਊਗੀ ਤਾਂ ਅਸੀਂ ਉਹਨਾਂ ਨੂੰ ਸਮਝ ਸਕਦੇ ਹਾਂ, ਉਹਨਾਂ ਨਾਲ ਗੱਲਾਂ ਬਾਤਾਂ ਕਰ ਸਕਦੇ ਹਾਂ, ਹੈ ਨਾ। ਸੋ ਇਸ ਕਰਕੇ ਇੰਗਲਿਸ਼ ਸਿੱਖਣੀ ਅੱਜ ਦੇ ਟਾਈਮ ਦੇ ਵਿੱਚ ਬਹੁਤ ਜ਼ਰੂਰੀ ਆ। ਪਰ ਮੈਂ 7 ਸਾਲ ਲਾਤੇ ਇੰਗਲਿਸ਼ ਸਿੱਖਣ ਤੇ ਮੇਰੀਆਂ ਕਮੀਆਂ ਕੀ ਸੀ, ਗੱਲ ਕਰੂੰਗੀ ਅੱਜ ਮੈਂ ਆਪਣੀਆਂ ਕਮੀਆਂ ਦੀ। ਆਪਣੀਆਂ ਸਿਫਤਾਂ ਤਾਂ ਬਹੁਤ ਸਾਰੇ ਲੋਕੀ ਕਰਦੇ ਹਨ ਤੇ ਪਰ ਆਪਣੀਆਂ ਕਮੀਆਂ ਬਹੁਤ ਸਾਰੇ ਲੋਕੀ ਕੱਢਦੇ ਆ। ਸੋ ਮੈਨੂੰ ਇਨਸਾਨ ਵੀ ਉਹ ਚੰਗੇ ਲੱਗਦੇ ਆ ਜੋ ਮੇਰੇ 'ਚ ਮੇਰੀਆਂ ਕਮੀਆਂ ਦੱਸਣ ਕਿ ਤੇਰੇ 'ਚ ਕਮੀ ਕੀ ਆ, ਤੂੰ ਕਿੱਥੇ ਗਲਤ ਆ। ਸੋ ਮੈਨੂੰ ਉਹ ਲੋਕ ਚੰਗੇ ਲੱਗਦੇ ਆ। ਸੋ ਜੀ, ਕਮੀਆਂ ਹਰ ਇੱਕ 'ਚ ਹੁੰਦੀਆਂ ਨੇ। ਬਹੁਤ ਸਾਰੇ ਲੋਕੀ ਨੇ ਜੋ ਆਪਣੀਆਂ ਕਮੀਆਂ ਨੂੰ ਹੀ ਨਹੀਂ ਦੇਖਦੇ, ਅਣਦੇਖਾ ਕਰ ਦਿੰਦੇ ਨੇ, ਜਿੱਦਾਂ ਮੈਂ ਵੀ ਕੀਤੀਆਂ ਸੀਗੀਆਂ। ਸੋ ਜਦੋਂ ਮੈਂ ਇੰਗਲਿਸ਼ ਸਿੱਖਦੀ ਸੀ ਨਾ, ਤਾਂ ਮੈਂ ਪਹਿਲਾਂ ਸਟਾਰਟਿੰਗ 'ਚ ਜਿੱਦਾਂ ਮੈਂ ਲਿਖਣੀ ਸਿੱਖੀ ਹੈ ਨਾ ਇੰਗਲਿਸ਼, ਤੇ ਜਿੱਦਾਂ ਛੋਟੇ ਛੋਟੇ ਪੰਜਾਬੀ ਦੇ ਜਿਹੜੇ ਵਰਡ ਸੀਗੇ ਉਹਨਾਂ ਨੂੰ ਮੈਂ ਇੰਗਲਿਸ਼ ਦੇ ਵਿੱਚ ਕਨਵਰਟ ਕੀਤਾ ਤੇ ਵੋਕੈਬਲਰੀ ਆਪਾਂ ਕਹਿ ਦਿੰਦੇ ਹਾਂ, ਵੋਕੈਬਲਰੀ ਮੈਂ ਹੈ ਨਾ ਸਿੱਖੀ ਸਟਾਰਟਿੰਗ ਤੋਂ। ਸੋ ਗੱਲ ਆ ਗਈ ਜੀ ਸਪੀਕਿੰਗ ਤੇ। ਜਦ ਮੇਰੀ ਸਪੀਕਿੰਗ ਦੀ ਕਲਾਸ ਹੁੰਦੀ ਸੀਗੀ ਤਾਂ ਟੌਪਿਕ ਮਿਲਦਾ ਹੁੰਦਾ ਨਾ ਕਿ ਤੁਸੀਂ ਆਹ ਟੌਪਿਕ ਤੇ ਗੱਲ ਕਰਨੀ ਆ, ਤੁਸੀਂ ਆਹ ਟੌਪਿਕ ਤੇ ਗੱਲ ਕਰਨੀ ਆ, ਤਾਂ ਉੱਥੇ ਹੁੰਦੇ ਆਪਣੀ ਕਲਾਸ ਦੇ ਵਿੱਚ 10 15 20 ਸਟੂਡੈਂਟ ਹੈ ਨਾ। ਸੋ ਸਾਰਿਆਂ ਨੂੰ ਟੌਪਿਕ ਮਿਲਦੇ ਹੁੰਦੇ ਆ ਉੱਥੇ। ਜਦ ਕਿਸੇ ਸਟੂਡੈਂਟ ਨੇ ਜਦ ਮੈਨੂੰ ਮਿਲਣਾ ਕਿ ਤੈਨੂੰ ਹਰਜੀਤ ਆਹ ਟੌਪਿਕ ਮਿਲਿਆ, ਟੌਪਿਕ ਕੋਈ ਵੀ ਹੋ ਸਕਦਾ ਸੀ ਨਾ, ਕੋਈ ਜਰਨੀ ਤੇ ਹੋ ਸਕਦਾ, ਕੋਈ ਹਿਸਟਰੀ ਤੇ ਹੋ ਸਕਦਾ, ਕੋਈ ਹਿਸਟੋਰੀਕਲ ਪਲੇਸ ਹੋ ਸਕਦਾ, ਕੋਈ ਹਾਊਸ ਤੇ ਹੋ ਸਕਦਾ ਨਾ। ਸੋ ਜੀ, ਹੁੰਦੇ ਤਾਂ ਕਾਮਨ ਆ ਜਿਹੜੇ ਸਾਡੀ ਡੇਲੀ ਰੂਟੀਨ ਦੇ ਵਿੱਚ ਆਪਾਂ ਪੰਜਾਬੀ 'ਚ ਬੋਲਦੇ ਹਾਂ। ਜੇ ਕੋਈ ਆਪਾਂ ਨੂੰ ਪੰਜਾਬੀ 'ਚ ਟੌਪਿਕ ਐਕਸਪਲੇਨ ਕਰਨ ਲਈ ਕਹੇ, ਘਰ ਕਵੇ ਕਿ ਤੁਸੀਂ ਆਪਣੇ ਘਰ ਨੂੰ ਐਕਸਪਲੇਨ ਕਰੋ, ਆਪਾਂ 1 ਮਿੰਟ ਲਾਵਾਂਗੇ ਦੱਸਣ ਲੱਗਿਆ ਕਿ ਸਾਡੇ 4 ਕਮਰੇ ਆ ਜੀ ਤੇ ਇੱਕ ਅਟੈਚਡ ਬਾਥਰੂਮ ਬਣਿਆ ਹੋਇਆ ਆ ਤੇ ਜੀ ਉੱਥੇ ਸਾਡੇ ਰਸੋਈ ਆ ਤੇ ਇਦਾਂ ਸਾਡੇ ਬਾਹਰ ਪਾਰਕਿੰਗ ਬਣੀ ਹੋਈ ਆ, ਇੱਕ ਸਾਈਡ ਤੇ ਸਾਡੇ ਗੱਡੀ ਖੜਦੀ ਆ ਜੇ ਉਹ, ਇੱਕ ਸਾਈਡ ਤੇ ਸਾਡੀਆਂ ਮੱਝਾਂ ਖੜਦੀਆਂ ਨੇ, ਇੱਕ ਸਾਈਡ ਤੇ ਸਾਡੀ ਖੇਲ ਬਣੀ ਹੋਈ ਆ ਮੱਝਾਂ ਨੂੰ ਪਾਣੀ ਪਿਉਣ ਵਾਲੀ। ਤਾਂ ਅਸੀਂ 1 ਮਿੰਟ ਲਾਉਣੇ ਆ ਐਕਸਪਲੇਨ ਕਰਨ ਲੱਗੇ। ਸੋ ਮੈਨੂੰ ਇਦਾਂ ਟੌਪਿਕ ਮਿਲਣਾ ਜੀ ਕਿ ਤੂੰ ਮੰਨ ਲਓ ਹਾਊਸ ਮਿਲ ਗਿਆ ਕਿ ਤੂੰ ਆਪਣਾ ਹਾਊਸ ਬਾਰੇ ਦੱਸ। ਮੈਨੂੰ ਪਤਾ ਕਿ ਮੈਨੂੰ ਲਿਖਣਾ ਆਉਂਦਾ, ਜੇ ਮੈਨੂੰ ਲਿਖਣ ਨੂੰ ਕਹਿ ਦੇਣਗੇ ਤਾਂ ਮੈਂ ਲਿਖ ਦੇਣਾ, ਪਰ ਮੈਂ ਬੋਲ ਨਹੀਂ ਸਕਦੀ। ਕਿਉਂਕਿ ਆਪਾਂ ਇਹ ਫੀਲ ਕਰਦੇ ਆ ਕਿ ਜੇ ਮੈਂ ਬੋਲੂੰਗੀ ਤਾਂ ਜਿਹੜੇ ਆ 15 ਸਟੂਡੈਂਟ ਮੇਰੇ ਨਾਲ ਕਲਾਸ 'ਚ ਬੈਠੇ ਆ ਇਹ ਹੱਸਣਗੇ ਮੇਰੇ ਤੇ ਕਿ ਇਹਨੂੰ ਇੰਗਲਿਸ਼ ਬੋਲਣੀ ਨਹੀਂ ਆਉਂਦੀ, ਕਿ ਮੇਰੀ ਜਿਹੜੀ ਪ੍ਰੋਨਾਊਂਸ ਆ ਉਹ ਮੈਂ ਕਿੱਦਾਂ ਕਰਦੀ ਆ ਉਹਦੇ ਤੇ ਇਹ ਮਜ਼ਾਕ ਉਡਾਉਣਗੇ ਤੇ ਬਾਹਰ ਜਾ ਕੇ ਵੀ ਹੱਸਣਗੇ, ਜਿਹਦੇ ਕਰਕੇ ਮੈਂ ਹਮੇਸ਼ਾ ਬੋਲਣ ਤੋਂ ਚੁੱਪ ਕਰ ਜਾਂਦੀ ਸੀ। ਹੈਜੀਟੇਸ਼ਨ ਹੁੰਦੀ ਸੀ ਮੈਨੂੰ, ਮੈਂ ਬੋਲ ਨਹੀਂ ਸੀ ਸਕਦੀ। ਸੋ ਮੈਨੂੰ ਟੀਚਰ ਨੇ ਵੀ ਕਹਿਣਾ ਹਰਜੀਤ ਬੋਲ, ਹਰਜੀਤ ਬੋਲ, ਮੈਂ ਨਹੀਂ ਸੀ ਬੋਲਦੀ। ਤੇ ਬਾਕੀ ਸਟੂਡੈਂਟ ਵੀ ਸੀ, ਉਹਨਾਂ 'ਚ ਅੱਧੇ ਕੁ ਬੋਲਦੇ ਸੀ, ਅੱਧੇ ਕੁ ਨਹੀਂ ਬੋਲਦੇ ਸੀ। ਜਿਹੜਾ ਤਾਂ ਹੁਣ ਇੰਗਲਿਸ਼ ਮੀਡੀਅਮ 'ਚ ਸਟੂਡੈਂਟ ਪੜ੍ਹਿਆ ਓਬਵੀਅਸਲੀ ਕਿ ਉਹਦਾ ਟੱਚ
ਸ਼ੁਰੂ ਤੋਂ ਹੈ ਨਾ ਇੰਗਲਿਸ਼ ਦਾ ਰਿਹਾ, ਉਹਨੇ ਤਾਂ ਬੋਲ ਹੀ ਲੈਣਾ। ਤੋ ਜਿਹੜੇ ਸਾਡੇ ਪੰਜਾਬੀ ਵਾਲੇ ਆ ਫਿਰ ਉਹ ਜਦੋਂ ਇੰਗਲਿਸ਼ ਮੀਡੀਅਮ ਵਾਲੇ ਸਟੂਡੈਂਟਾਂ ਲਵੇ ਬੈਠੇ ਹੁੰਦੇ ਆ, ਕਿਤੇ ਨਾ ਕਿਤੇ ਉਹ ਫੀਲ ਕਰਦੇ ਆ ਕਿ ਮੇਰਾ ਪ੍ਰੋਨਾਊਂਸ ਮੈਂ ਵਧੀਆ ਨਹੀਂ ਕਰਦੀ, ਜਾਂ ਮੈਂ ਕਰਦਾ ਹੈ ਨਾ ਤੇ ਇਹ ਮੇਰੇ ਨਾਲੋਂ ਵਧੀਆ ਕਰਦਾ। ਬਸ ਇਹੀ ਫੀਲ ਦੇ ਵਿੱਚ ਅਸੀਂ ਇੰਗਲਿਸ਼ ਨਹੀਂ ਸਿੱਖਦੇ। ਸੋ ਜੀ ਮੈਂ ਇਦਾਂ ਹੀ ਕਰਦੀ ਰਹੀ ਲਗਾਤਾਰ। ਮੇਰੀ ਕੋਈ ਇੰਪਰੂਵਮੈਂਟ ਨਹੀਂ ਆਈ। ਇੰਪਰੂਵਮੈਂਟ ਕਿੱਥੋਂ ਆਉਣੀ ਆ ਜਿੰਨਾ ਟਾਈਮ ਅਸੀਂ ਬੋਲਾਂਗੇ ਨਹੀਂ। ਮੈਨੂੰ ਟੀਚਰ ਨੇ ਕਹਿਣਾ ਕਿ ਤੂੰ ਘਰ ਜਾਈਂ, ਘਰ ਜਾ ਕੇ ਤੂੰ ਰੂਮ ਦੇ ਵਿੱਚ ਕੱਲੀ ਬਹਿ ਕੇ ਹੈ ਨਾ ਸ਼ੀਸ਼ੇ ਦੇ ਵਿੱਚ ਖੜ ਜੀ, ਉੱਥੇ ਆਪਣੇ ਆਪ ਨਾਲ ਗੱਲਾਂ ਕਰਨੀਆਂ ਆ ਇੰਗਲਿਸ਼ ਦੇ ਵਿੱਚ, ਤਾਂ ਉੱਚੀ ਬੋਲਣਾ ਹੈ ਨਾ, ਨਿਊਜ਼ਪੇਪਰ ਪੜ੍ਹਨਾ, ਨਿਊਜ਼ਪੇਪਰ ਰੀਡ ਕਰਨਾ। ਤੇ ਮੈਂ ਉਹ ਕਰਦੀ ਸੀ, ਪਰ ਫਿਰ ਵੀ ਕਿਤੇ ਨਾ ਕਿਤੇ ਲੋਕਾਂ ਸਾਹਮਣੇ ਆ ਕੇ ਮੈਂ ਬੋਲ ਨਹੀਂ ਸੀ ਸਕਦੀ। ਇੱਕ ਦਿਨ ਮੈਂ ਬੈਠੀ ਨੇ ਇਹ ਚੀਜ਼ ਸੋਚੀ ਕਿ ਮੈਂ ਇੰਨੇ ਪੈਸੇ ਵੀ ਕਲਾਸਾਂ 'ਚ ਲਾ ਰਹੀ ਹਾਂ, ਹਰ ਮਹੀਨੇ ਮੇਰੇ ਘਰ ਦੇ ਮੈਨੂੰ ਫੀਸ ਦਿੰਦੇ ਆ, ਮੈਂ ਫੀਸ ਵੀ ਦੇਈ ਜਾਂਦੇ ਆ, ਤੇ ਮੈਂ ਕਰ ਵੀ ਕੁਛ ਨਹੀਂ ਰਹੀ। ਤੇ ਮੇਰੇ ਨੂੰ ਮਗਰੋਂ ਸਟੂਡੈਂਟ ਆ ਕੇ ਪਹਿਲਾਂ ਆਈਲੈਟਸ ਕਰਕੇ ਚਲੇ ਗਏ, ਤੇ ਮੈਂ ਕਿਉਂ ਨਹੀਂ ਕਰ ਪਾ ਰਹੀ। ਤਾਂ ਮੈਂ ਸੋਚਿਆ ਕਿ ਜਿਹੜੇ ਮੇਰੇ ਨਾਲ ਸਟੂਡੈਂਟ ਬੈਠੇ ਆ, ਇਹ ਕਿਹੜਾ ਮਾਂ ਦੇ ਪੇਟ ਚੋਂ ਇੰਗਲਿਸ਼ ਸਿੱਖ ਕੇ ਆਏ ਆ ਜਿਹੜੀ ਮੈਂ ਇਹਨਾਂ ਤੋਂ ਸ਼ਰਮ ਕਰਦੀ ਆ। ਇਹਨਾਂ ਨੇ ਵੀ ਤਾਂ ਮੇਰੇ ਵਾਂਗੂ ਸਿੱਖੀ ਆ। ਜੇਕਰ ਇਹਨਾਂ ਨੂੰ ਇੰਗਲਿਸ਼ ਆਉਂਦੀ ਆ ਤਾਂ ਫਿਰ ਇੱਥੇ ਕਿਉਂ ਬੈਠੇ ਆ, ਇਹ ਵੀ ਤਾਂ ਸਿੱਖ ਰਹੇ ਆ। ਮੈਂ ਫਿਰ ਆਪਣੇ ਆਪ 'ਚ ਸ਼ਰਮ ਕਿਉਂ ਫੀਲ ਕਰਦੀ ਆ? ਮੈਂ ਕਿਉਂ ਨਹੀਂ ਬੋਲਦੀ ਖੁੱਲ੍ਹ ਕੇ? ਮੈਂ ਆਪਣੇ ਆਪ ਨੂੰ ਬਹੁਤ ਸਾਰੇ ਸਵਾਲ ਕੀਤੇ। ਕਿਉਂ ਮੈਂ ਲੋਕਾਂ ਅੱਗੇ ਹੈਜ਼ੀਟੇਸ਼ਨ ਫੀਲ ਕਰਦੀ ਆ? ਵਾਏ? ਘਰ ਦੇ ਇੰਨਾ ਪੈਸਾ ਲਾ ਰਹੇ ਆ, ਮੈਂ ਰੋਜ਼ ਆਪਣਾ ਟਾਈਮ ਕੱਢ ਕੇ ਕਲਾਸ ਲਾਉਣ ਆਉਂਦੀ ਆ, ਤੇ ਮੈਂ ਫਿਰ ਉਦਾਂ ਹੀ ਬੈਗ ਚੱਕ ਕੇ ਘਰ ਚਲੀ ਜਾਂਦੀ ਆ। ਸੋ ਜੀ ਮੈਂ ਮਨ ਬਣਾਇਆ, ਜਿਹੜਾ ਮਰਜ਼ੀ ਸਟੂਡੈਂਟ ਆ ਜੇ ਮੇਰੇ ਸਾਹਮਣੇ, ਜਿਹੜਾ ਮਰਜ਼ੀ ਮੇਰੇ 'ਚ ਗਲਤੀਆਂ ਕੱਢੀ ਜਾਵੇ, ਮੈਂ ਬੋਲਣਾ। ਉਸੇ ਦਿਨ ਤੋਂ ਜੀ ਮੈਂ ਸਟਾਰਟ ਕਰਤਾ, ਘਰੇ ਉੱਚੀ ਮੈਂ ਬੋਲੀ ਜਾਣਾ ਕੱਲੀ ਨੇ, ਹੈ ਨਾ, ਪੜ੍ਹੀ ਜਾਣਾ, ਕੋਈ ਟੌਪਿਕ ਚੱਕ ਲੈਣਾ, ਉਹ ਮੈਂ ਜਿੱਦਾਂ ਮੈਂ ਕੁਛ ਵੀ ਕਰ ਲੈਣਾ, ਕਲੀਨਿੰਗ 'ਤੇ ਕਰ ਲੈਣਾ ਨਾ, ਕਲੀਨਿੰਗ ਕਰ ਰਿਹਾ ਘਰ ਦੀ ਹੈ, ਅਤੇ ਮੈਂ ਕਲੀਨਿੰਗ 'ਤੇ ਆਈ ਐਮ ਕਲੀਨਿੰਗ ਟੂਡੇ, ਸੋ ਮਾਈ ਮਦਰ ਇਜ਼ ਕੁਕਿੰਗ ਫੂਡ, ਅਤੇ ਮਾਈ ਸਿਸਟਰ ਇਨ ਲਾ ਇਜ਼ ਸਟਿਚਿੰਗ, ਸੋ ਮਾਈ ਬ੍ਰਦਰ ਇਜ਼ ਟੇਕਿੰਗ ਅ ਬਾਥ, ਫਲਾਨਾ ਤਿਣਕਾ ਮਿਣਕਾ। ਮੈਂ ਤਾਂ ਇੰਗਲਿਸ਼ 'ਚ ਲੱਗ ਗਈ ਜੀ ਬੋਲਣ। ਘਰ ਦੇ ਮੈਨੂੰ ਕੁਛ ਨਾ ਕਹਿਣ, ਘਰ ਦੇ ਕਹਿਣ ਚੱਲ ਤੂੰ ਈਵਨ ਟਰਾਈ ਤਾਂ ਕਰ ਰਹੀ ਆ, ਅਤੇ ਮੈਂ ਟਰਾਈ ਕਰਿਆ ਕਰਾਂ। ਫਿਰ ਮੈਂ ਨਿਊਜ਼ਪੇਪਰ ਰੀਡ ਕਰਿਆ ਕਰਾਂ, ਮੈਂ ਨਿਊਜ਼ਪੇਪਰ ਲੈ ਕੇ ਆਇਆ ਕਰਾਂ ਗੁਆਂਢੀਆਂ ਦੇ, ਸਾਡੇ ਤਾਂ ਆਉਂਦਾ ਨਹੀਂ ਸੀ ਹੈ ਨਾ, ਅਤੇ ਮੈਂ ਕਿਸੇ ਦੇ ਨਿਊਜ਼ਪੇਪਰ ਇੰਗਲਿਸ਼ 'ਚ ਨਿਊਜ਼ਪੇਪਰ ਲੈ ਕੇ ਆਇਆ ਕਰਾਂ ਫੜ ਕੇ ਕਿ ਮੈਂ ਨਿਊਜ਼ਪੇਪਰ ਦੇ ਦਿਓ, ਅਤੇ ਨਿਊਜ਼ਪੇਪਰ ਪੜ੍ਹਿਆ ਕਰਾਂ। ਅਤੇ ਫਿਰ ਮੈਂ ਸ਼ੀਸ਼ੇ ਖੜ੍ਹ ਕੇ ਆਪਣੇ ਆਪ ਨਾਲ ਗੱਲਾਂ ਕਰਿਆ ਕਰਾਂ, ਮੈਂ ਆਈ ਕੰਟੈਕਟ ਬਣਾਇਆ ਕਰਾਂ ਕਿ ਮੇਰੇ 'ਚ ਕੀ ਕਮੀ ਆ, ਮੈਂ ਇੰਨੇ ਸਾਲਾਂ ਤੋਂ ਇੰਗਲਿਸ਼ ਕਿਉਂ ਨਹੀਂ ਸਿੱਖ ਰਹੀ, ਕਿਉਂ ਮੈਨੂੰ ਨਹੀਂ ਆ ਰਹੀ। ਮੇਰੇ ਨਾਲ ਦੇ ਨਿਆਣੇ ਜਵਾਕ ਆਈਲੈਟਸ ਕਰਕੇ ਬਾਹਰ ਚਲੇ ਗਏ, ਅਤੇ ਮੈਨੂੰ 7 ਸਾਲ ਹੋ ਗਏ ਇੱਥੇ ਮੱਥਾ ਮਾਰਦੀ ਨੂੰ, ਮੈਨੂੰ ਕਿਉਂ ਨਹੀਂ ਆ ਰਹੀ। ਅਤੇ ਜੀ ਫਿਰ ਮੈਂ ਚਲੇ ਜਾਣਾ ਕਲਾਸ 'ਚ, ਜੋ ਮੈਨੂੰ ਆਉਂਦਾ, ਜਿੰਨਾ ਕੁ ਮੈਨੂੰ ਆਉਂਦਾ, ਮੈਂ ਬਿੰਦਾਸ ਹੋ ਕੇ ਬੋਲਣਾ। ਮੈਂ ਇੰਟਰੋਡਕਸ਼ਨ ਦੇਣੀ, ਆਪਣਾ ਟੌਪਿਕ ਬੋਲਣਾ, ਮੈਂ ਟਰਾਈ ਕਰਨਾ ਬੋਲਣ ਦੇ ਲਈ। ਉਸ ਤੋਂ ਬਾਅਦ ਆਪਣੇ ਕੋਲ ਵਟਸਐਪ ਹੁੰਦਾ, ਵਟਸਐਪ 'ਤੇ ਮੈਂ ਜਿਹਦੇ ਨਾਲ ਵੀ ਚੈਟ ਕਰਾਂ, ਟਰਾਈ ਟੂ ਰਾਈਟ ਇਨ ਇੰਗਲਿਸ਼, ਮੈਂ ਇੰਗਲਿਸ਼ ਦੇ ਵਿੱਚ ਲਿਖਿਆ ਕਰਾਂ। ਸੋ ਮੈਨੂੰ ਲੋਕੀ ਕਿਹਾ ਕਰਨ, ਫੁਕਰੀ, ਜਦ ਅਸੀਂ ਪੰਜਾਬੀ 'ਚ ਇਹਨੂੰ ਟਾਈਪ ਕਰਦੇ ਤਾਂ ਇੰਗਲਿਸ਼ ਮੂਹਰੋਂ ਕਿਉਂ ਸੁੱਟਦੀ ਆ? ਲੋਕਾਂ ਨੇ ਮੈਨੂੰ ਕਹਿਣਾ, ਮੈਂ ਕਹਿਣਾ ਵੀ ਨਹੀਂ, ਮੈਂ ਤੇ
ਇੰਗਲਿਸ਼ ਹੀ ਲਿਖਣੀ ਆ। ਤੁਹਾਨੂੰ ਸਮਝ ਆਵੇ ਚਾਹੇ ਨਾ ਆਵੇ, ਮੈਂ ਤਾਂ ਇੰਗਲਿਸ਼ ਹੀ ਲਿਖਣੀ ਆ। ਮੇਰਾ ਕਈ ਵਾਰ ਲੋਕੀ ਮੇਰੀਆਂ ਗਲਤੀਆਂ ਵੀ ਕੱਢਿਆ ਕਰਨ ਜਦ ਮੈਂ ਇੰਗਲਿਸ਼ 'ਚ ਲਿਖਿਆ ਕਰਾਂ, ਟਾਈਪ ਕਰਿਆ ਕਰਾਂ ਕਿ ਆਹ ਗਲਤੀ ਆ, ਆਹ ਲਾਈਨ ਇੱਦਾਂ ਬਣਨੀ ਸੀ ਵੱਡੀ ਅੰਗਰੇਜ਼ਣ। ਤੇ ਮੈਂ ਫਿਰ ਵੀ ਓਕੇ, ਮੈਂ ਉਹਨੂੰ ਕਿਹਾ ਕਰਾਂ ਥੈਂਕ ਯੂ ਤੂੰ ਮੈਨੂੰ ਦੱਸਿਆ ਆਹ ਗਲਤ ਆ, ਤੇ ਨੈਕਸਟ ਟਾਈਮ ਮੈਂ ਇਹਨੂੰ ਸਹੀ ਕਰੂੰਗੀ। ਅੱਜ ਵੀ ਮੈਂ ਗਲਤ ਬੋਲਦੀ ਹਾਂ, ਬਹੁਤ ਕੁਛ ਮੈਂ ਗਲਤ ਬੋਲਦੀ ਹਾਂ, ਕਿਉਂਕਿ ਇੰਗਲਿਸ਼ ਆਪਣੀ ਕੋਈ ਫਸਟ ਲੈਂਗੁਏਜ ਨਹੀਂ ਕਿ ਸਾਨੂੰ ਆਊਗੀ। ਜਿੰਨੇ ਵੀ ਸਾਡੇ ਪੰਜਾਬੀ ਕਹਿੰਦੇ ਆ ਨਾ, ਚਲੋ ਜਿਹੜੇ ਬੱਚੇ ਬਾਹਰਲੀਆਂ ਕੰਟਰੀਆਂ 'ਚ ਜੰਮੇ ਪਲੇ ਆ, ਮੰਨਿਆ ਉਹਨਾਂ ਦੀ ਇਹ ਲੈਂਗੁਏਜ ਉਹਨਾਂ ਨੂੰ ਸਟਾਰਟਿੰਗ ਤੋਂ ਆਉਂਦੀ ਆ, ਪਰ ਜਿਹੜੇ ਸਾਡੇ ਪੰਜਾਬ ਦੇ ਬੱਚੇ ਜੰਮਪਲ ਆ ਨਾ, ਪੰਜਾਬ 'ਚ ਉੱਠ ਕੇ ਬਾਹਰਲੇ ਦੇਸ਼ਾਂ 'ਚ ਵੀ ਚਾਹੇ ਆਏ ਨੇ, ਉਹਨਾਂ ਸਾਰਿਆਂ ਦੀ ਸੈਕਿੰਡ ਲੈਂਗੁਏਜ ਆ ਇੰਗਲਿਸ਼, ਕੋਈ ਫਸਟ ਲੈਂਗੁਏਜ ਨਹੀਂ। ਜਦੋਂ ਉਹਨਾਂ ਨੇ ਸ਼ੁਰੂਆਤ ਕੀਤੀ ਸੀ, ਉਹਨਾਂ ਨੂੰ ਵੀ ਸਾਡੇ ਵਾਂਗੂ ਬੋਲਦੇ ਸੀ। ਉਹ ਮਾਂ ਦੇ ਪੇਟ 'ਚੋਂ ਇੰਗਲਿਸ਼ ਸਿੱਖ ਕੇ ਨਹੀਂ ਆਏ ਸੀ, ਅੰਗਰੇਜ਼ਾਂ ਦੇ ਨਿਆਣੇ ਨਹੀਂ ਹੈਗੇ ਉਹ। ਤਾਂ ਫਿਰ ਅਸੀਂ ਕਿਉਂ ਸ਼ਰਮ ਫੀਲ ਕਰਦੇ ਆ? ਸਾਨੂੰ ਲੋਕੀ ਫੀਲ ਇਸ ਲਈ ਕਰਾਉਂਦੇ ਆ ਕਿਉਂਕਿ ਅਸੀਂ ਫੀਲ ਕਰਦੇ ਆ। ਵਾਈ ਵੀ ਫੀਲ। ਕੋਈ ਬਾਹਰ ਚੱਲ ਜਾਂਦਾ, ਅਗਲਾ ਬਾਹਰ ਜਾ ਕੇ ਇੰਗਲਿਸ਼ ਓਬਵੀਅਸਲੀ ਕਿ ਦੇਸ਼ ਨੇ ਹੈ ਨਾ, ਇੱਥੇ ਸਾਰੇ ਇੰਗਲਿਸ਼ ਬੋਲਦੇ ਆ, ਤਾਂ ਬੰਦਾ ਸਿੱਖ ਜਾਂਦਾ। ਮੈਂ ਵੀ ਸਿੱਖ ਜੂੰਗੀ, ਮੇਰੀ ਵੀ ਇੱਥੇ ਆ ਕੇ ਬਹੁਤ ਫਰਕ ਪਿਆ। ਤੇ ਜਦ ਆਪਾਂ ਇੰਡੀਆ ਹੁੰਦੇ ਆ, ਅਗਲਾ ਕਹਿ ਦਿੰਦਾ ਲੈ ਇੰਗਲਿਸ਼ ਨਹੀਂ ਆਉਂਦੀ, ਇੱਦਾਂ ਬੋਲਦਾ ਇੱਦਾਂ ਬੋਲਦਾ ਇੱਦਾਂ। ਬਾਈ ਤੁਹਾਨੂੰ ਕਿਹੜਾ ਜੰਮਦਿਆਂ ਨੂੰ ਆਉਣ ਲੱਗ ਗਈ ਸੀ? ਸੈਕਿੰਡ ਲੈਂਗੁਏਜ ਆ ਸਾਡੇ ਵਾਂਗੂ, ਤੁਸੀਂ ਵੀ ਤਾਂ ਸਿੱਖੀ ਆ, ਅਸੀਂ ਵੀ ਸਿੱਖ ਰਹੇ ਆ। ਵੀ ਫੀਲ ਪ੍ਰਾਊਡ ਕਿ ਸਾਨੂੰ ਸੈਕਿੰਡ ਲੈਂਗੁਏਜ ਆ ਗਈ ਆ। ਸਾਨੂੰ ਆਪਣੇ ਆਪ ਤੇ ਮਾਣ ਮਹਿਸੂਸ ਕਰਨਾ ਚਾਹੀਦਾ ਕਿ ਅਸੀਂ ਆਪਣੀ ਭਾਸ਼ਾ ਤਾਂ ਸਾਨੂੰ ਆਉਂਦੀ ਆ, ਉਸ ਤੋਂ ਹਟ ਕੇ ਅਸੀਂ ਹੋਰ ਭਾਸ਼ਾ ਸਿੱਖ ਰਹੇ ਆ, ਸਿੱਖ ਲਈ ਆ। ਇਹ ਧਾਰਨਾਵਾਂ ਮੈਂ ਆਪਣੇ ਮਨ ਦੇ ਵਿੱਚ ਬਣਾਈਆਂ ਜੀ, ਤੇ ਮੈਂ ਬਿੰਦਾਸ ਹੋ ਕੇ ਮੈਂ ਬੋਲਿਆ ਕਰਾਂ ਜਿੱਥੇ ਵੀ ਮੈਨੂੰ ਮੌਕਾ ਮਿਲਦਾ ਇੰਗਲਿਸ਼ ਲਿਖਣ ਦਾ, ਬੋਲਣ ਦਾ, ਘਰ ਦੇ ਵਿੱਚ ਨਾ। ਤੇ ਜਿਹੜੀਆਂ ਮੇਰੀਆਂ ਫਰੈਂਡਸ ਸੀਗੀਆਂ, ਉਹ ਜਦ ਮੈਨੂੰ ਮਿਲਦੀਆਂ ਮੈਂ ਉਹਨਾਂ ਨੂੰ ਕਹਿਣਾ ਕਿ ਟਰਾਈ ਟੂ ਟਾਕ ਇਨ ਇੰਗਲਿਸ਼ ਬੋਲਦੇ ਆ ਆਪਾਂ। ਜਿਹੜੀਆਂ ਮੇਰੇ ਨਾਲ ਆਇਲਸ ਵੀ ਕਰਦੀਆਂ ਸੀ, ਉਹਨਾਂ ਨੂੰ ਵੀ ਕਹਿਣਾ ਵੀ ਇੰਗਲਿਸ਼ ਬੋਲੋ, ਗਲਤ ਆਉਂਦੀ ਆ ਗਲਤ ਬੋਲੋ, ਕੁਛ ਨਹੀਂ ਹੁੰਦਾ, ਬੋਲੋ ਤਾਂ ਸਹੀ। ਇੰਗਲਿਸ਼ ਤੁਹਾਨੂੰ ਉਦੋਂ ਤੱਕ ਨਹੀਂ ਆਉਂਦੀ ਜਦੋਂ ਤੱਕ ਤੁਸੀਂ ਇਹਨੂੰ ਬੋਲਦੇ ਨਹੀਂ, ਜਦੋਂ ਤੱਕ ਇਹਨੂੰ ਤੁਹਾਡੇ ਕੰਨ ਜਦ ਤੁਸੀਂ ਬੋਲਦੇ ਹੋ ਤੁਹਾਡੇ ਕੰਨ ਇਹਨੂੰ ਸੁਣ ਨਹੀਂ ਲੈਂਦੇ, ਦੁਬਾਰੇ ਆ ਕੇ ਵਾਪਸ ਤੁਹਾਡੇ ਕੰਨਾਂ ਨੂੰ ਇਹ ਸੁਣਨੀ ਚਾਹੀਦੀ ਆ, ਫਿਰ ਤੁਹਾਨੂੰ ਆਉਂਦੀ ਆ। ਆਪਣੀ ਟੰਗ ਵੀ ਨਹੀਂ ਸਹੀ ਹਿਸਾਬ ਨਾਲ ਮੁੜਦੀ, ਕਿਉਂਕਿ ਆਪਾਂ ਬਚਪਨ ਤੋਂ ਬੱਚੇ ਹੁੰਦਿਆਂ ਤੋਂ ਇੰਗਲਿਸ਼ ਨਹੀਂ ਬੋਲੀ, ਸਾਡੀ ਟੰਗ ਨੂੰ ਮੁੜਨ 'ਚ ਵੀ ਪ੍ਰੋਬਲਮ ਬਹੁਤ ਸਾਰੀ ਹੁੰਦੀ ਆ। ਪਰ ਜੇ ਅਸੀਂ ਚਾਹੀਏ ਨਾ ਤਾਂ ਅਸੀਂ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਸਾਨੂੰ ਸਾਡੇ ਸਮਾਜ ਤੋਂ ਜਿਹੜਾ ਡਰ ਆ ਨਾ, ਲੋਕੀ ਹੱਸਣਗੇ, ਲੋਕੀ ਕੀ ਕਹਿਣਗੇ, ਇਹ ਚੀਜ਼ਾਂ ਛੱਡਣੀਆਂ ਪੈਣਗੀਆਂ। ਮੈਂ ਵੀ ਛੱਡੀਆਂ ਨੇ ਤਾਂ ਇੰਗਲਿਸ਼ ਆਈ ਆ। ਜਿੰਨਾ ਟਾਈਮ ਸ਼ਰਮ ਫੀਲ ਕਰਦੀ ਰਹੀ ਤਾਂ ਮੈਨੂੰ ਨਹੀਂ ਇੰਗਲਿਸ਼ ਆਈ, ਨਹੀਂ ਮੈਂ ਬੋਲ ਸਕੀ, ਮੈਂ ਪੈਸਾ ਖਰਾਬ ਕੀਤਾ ਹੈ। ਬਹੁਤ ਸਾਰੇ ਲੋਕ ਸੀ ਮੇਰੇ ਨਾਲ, ਬਹੁਤ ਸਾਰੀਆਂ ਕੁੜੀਆਂ ਮੁੰਡੇ ਪੜ੍ਹਦੇ ਸੀ ਜੋ 5-5 10-10 15-15 ਵਾਰੀ ਪੇਪਰ ਦੇ ਦਿੰਦੇ ਆ, ਆਈਲੈਟਸ ਦਾ ਕਲੀਅਰ ਨਹੀਂ ਹੁੰਦੀ। ਬਾਹਰ ਆ ਕੇ ਚਾਹੇ ਬੇਸ਼ੱਕ ਵੱਡੀਆਂ ਵੱਡੀਆਂ ਗੱਲਾਂ ਮਾਰਨ ਲੱਗ ਜਾਣ ਵੀ ਹਾਂ ਭਾਈ ਇਹਦਾ ਪਹਿਲੀ ਵਾਰ 'ਚ ਪੇਪਰ ਕੱਢਤਾ ਸੀ, ਦੂਜੀ ਵਾਰ 'ਚ ਪੇਪਰ ਕੱਢਤਾ, ਸਾਨੂੰ ਤਾਂ ਇੰਗਲਿਸ਼ ਆਉਂਦੀ ਆ, ਇੰਗਲਿਸ਼ ਆਉਂਦੀ ਆ। ਉਹਨਾਂ ਨੂੰ ਵੀ ਆਪਣੇ ਵਾਂਗੂ ਆਉਂਦੀ ਆ ਸਾਰਿਆਂ ਨੂੰ। ਲੋਕੀ ਡੀਮੋਟੀਵੇਟ ਕਰਨ ਵਾਲੇ ਬਹੁਤ ਮਿਲ ਜਾਣਗੇ, ਪਰ ਮੋਟੀਵੇਟ ਤੁਸੀਂ ਖੁਦ ਹੋਣਾ। ਆਪਣੀ ਜ਼ਿੰਦਗੀ ਖੁਦ ਜਿਉਣੀ ਆ, ਜ਼ਿੰਦਗੀ 'ਚ ਆਪ ਖੁਦ ਕਰਨਾ, ਮੋਟੀਵੇਟ ਤੁਸੀਂ ਖੁਦ ਹੋਣਾ। ਮੈਨੂੰ ਬਹੁਤ ਸਾਰੇ ਲੋਕ ਸੀ ਜਿਹੜੇ ਕਹਿੰਦੇ ਸੀ ਇਹ ਤੂੰ ਆਈਲੈਟਸ ਨਹੀਂ ਹੋਣੀ, ਇਹ ਤੂੰ ਬਾਹਰ ਨਹੀਂ ਜਾਇਆ ਜਾਣਾ। ਹੱਸਦੀ ਸੀ ਜਦ ਮੇਰੀ ਇੰਗਲਿਸ਼ ਤੋਂ, ਹੱਸਦੀ ਸੀ ਕਿ ਇੰਨੇ ਸਾਲ ਹੋ ਗਏ ਤਾਂ ਪੇਪਰ ਤਾਂ ਕਲੀਅਰ ਨਹੀਂ ਹੋਇਆ, 5.5 ਬੈਂਡਾਂ ਤੇ ਅੜ ਜਾਂਦੀ ਆ, ਇਹ ਕੀ ਕਰ ਲੂਗੀ। ਲੋਕੀ ਹੱਸਦੇ ਸੀ ਮੇਰੇ ਤੇ। ਲੋਕਾਂ ਨੇ ਮੇਰੇ ਮੂੰਹ ਤੇ ਨਹੀਂ ਗੱਲਾਂ ਕਰਨੀਆਂ, ਲੋਕਾਂ ਨੇ ਮੇਰੇ ਪਿੱਠ ਪਿੱਛੇ ਬਹੁਤ ਗੱਲਾਂ ਕਰਨੀਆਂ ਸੀ ਇੱਕ ਦੂਜੇ ਨਾਲ ਕਿ ਇਹਨਾਂ ਦੀ ਕੁੜੀ ਆ ਕਰਦੀ ਆ, ਹੋਇਆ ਨਹੀਂ। ਮੈਂ ਵੀ ਆਪਦੇ ਆਪ 'ਚ ਬਹੁਤ ਫੀਲ ਕਰਦੀ ਸੀ। ਕਈ ਵਾਰ ਤਾਂ
ਸਮਾਜ ਕਰਕੇ, ਸਾਡੇ ਕਰਕੇ ਮੈਨੂੰ ਇਹ ਵੀ ਕਹਿਣਾ ਪੈਂਦਾ ਸੀ ਆਈਲੈਟਸ ਮੇਰਾ ਹੋ ਗਿਆ, ਮੈਂ ਤਾਂ ਹੁਣ ਕੰਪਿਊਟਰ ਦੀ ਕੋਚਿੰਗ ਲੈ ਰਹੀ ਹਾਂ। ਲੋਕੀ ਕਹਿੰਦੇ ਸੀ ਇੰਨਾ ਟਾਈਮ ਹੋ ਗਿਆ ਤੂੰ ਆਈਲੈਟਸ ਹੀ ਕਰੀ ਜਾਂਦੀ ਹੈ। ਤਾਂ ਮੈਨੂੰ ਇਹ ਵੀ ਕਹਿਣਾ ਪੈਂਦਾ ਸੀ ਵੀ ਭਾਈ ਜਦੋਂ ਸਟ੍ਰੈਸ ਹੋ ਜਾਂਦਾ ਨਾ ਦਿਮਾਗ ਨੂੰ ਬੰਦੇ ਨੂੰ, ਹਨਾ, ਇੱਕ ਤਾਂ ਆਈਲੈਟਸ ਸਾਡੇ ਤੋਂ ਹੋ ਨਹੀਂ ਪਾ ਰਹੀ, ਇੱਕ ਸਾਡੇ ਤੇ ਲੋਕ ਹੱਸਦੇ ਆ, ਹਨਾ, ਬੰਦਾ ਸਟ੍ਰੈਸ 'ਚ ਚਲਾ ਜਾਂਦਾ। ਸੋ ਮੈਂ ਇਹ ਵੀ ਮੈਨੂੰ ਕਹਿਣਾ ਪੈ ਜਾਂਦਾ ਸੀ ਕਈ ਵਾਰ ਤਾਂ ਕਿ ਮੈਂ ਆਈਲੈਟਸ ਤਾਂ ਕਰ ਲਈ ਜੀ, ਮੇਰੇ ਤਾਂ 6 6.5 ਕਈ ਵਾਰ 6 ਬੈਂਡ ਕਈ ਵਾਰ 6.5 ਬੈਂਡ ਨੇ, ਹਨਾ, ਵੀ ਮੈਂ ਤਾਂ ਹੁਣ ਕੰਪਿਊਟਰ ਦੀ ਕੋਚਿੰਗ ਲੈ ਰਹੀ ਹਾਂ। ਪਰ ਵਾਏ ਅਸੀਂ ਲੋਕਾਂ ਨੂੰ ਇਦਾਂ ਝੂਠ ਬੋਲਦੇ ਆ, ਕਿਉਂ ਬੋਲਦੇ ਆ? ਜ਼ਿੰਦਗੀ ਸਾਡੀ ਆ, ਪੈਸਾ ਅਸੀਂ ਲਾ ਰਹੇ ਆ, ਸਟਰਗਲ ਅਸੀਂ ਕਰ ਰਹੇ ਆ, ਤਾਂ ਲੋਕਾਂ ਨੇ ਸਾਡੇ ਤੋਂ ਕੀ ਲੈਣਾ? ਕਿਹੜੇ ਲੋਕੀ ਹੱਸਦੇ ਆ ਤੁਹਾਡੇ ਤੇ? ਉਹ ਲੋਕੀ ਹੱਸਦੇ ਆ ਜਿਨ੍ਹਾਂ ਦੇ ਆਪਣੇ ਨਿਆਣੇ ਨਹੀਂ ਕੁਝ ਕਰ ਸਕੇ, ਜਿਨ੍ਹਾਂ ਦੇ ਆਪਣੇ ਨਿਆਣੇ 5-5 7-7 ਪੜ੍ਹ ਕੇ ਹਟ ਗਏ, ਜਿਨ੍ਹਾਂ ਦੇ ਆਪਣੇ ਨਿਆਣੇ ਕੁਝ ਨਹੀਂ ਕਰ ਸਕੇ, ਉਹ ਲੋਕੀ ਹੱਸਦੇ ਆ ਸਾਡੇ ਤੇ। ਦੂਜੇ ਨਹੀਂ ਹੱਸਦੇ ਜਿਨ੍ਹਾਂ ਦੇ ਬੱਚਿਆਂ ਨੇ ਆਪ ਸਟਰਗਲ ਕੀਤਾ ਹੁੰਦਾ ਨਾ, ਜਿਨ੍ਹਾਂ ਦੇ ਬੱਚਿਆਂ ਨੇ ਸਟਾਰਟਿੰਗ ਤੋਂ ਕੋਸ਼ਿਸ਼ ਕੀਤੀ ਹੁੰਦੀ ਆ, ਮਿਹਨਤ ਕੀਤੀ ਹੁੰਦੀ ਆ, ਨਿੱਕੇ ਨਿੱਕੇ ਘਰਾਂ ਤੋਂ ਵੱਡੇ ਘਰ ਬਣਾਏ ਹੁੰਦੇ ਨੇ, ਉਹ ਲੋਕੀ ਨਹੀਂ ਹੱਸਦੇ। ਉਹਨਾਂ ਦਾ ਸਾਨੂੰ ਵਹਿਮ ਹੀ ਹੁੰਦਾ ਕਿ ਇਹ ਹੱਸਦੇ ਆ, ਉਹ ਨਹੀਂ ਹੱਸਦੇ, ਉਹ ਸਮਝਦੇ ਆ ਸਟਰਗਲ ਨੂੰ। ਜੇ ਭਾਈ ਜ਼ਿੰਦਗੀ 'ਚ ਕੁਝ ਕਰਨਾ ਤਾਂ ਲੋਕ ਕੀ ਕਹਿੰਦੇ ਨੇ ਇਹ ਗੱਲਾਂ 'ਚ ਸਾਨੂੰ ਬਹੁਤਾ ਧਿਆਨ ਦੇਣ ਦੀ ਲੋੜ ਨਹੀਂ, ਸਾਨੂੰ ਜਿਹੜਾ ਕੁਝ ਕਰਨਾ ਅਸੀਂ ਆਪ ਕਰਨਾ। ਜਿਹੜੇ ਲੋਕੀ ਮੇਰੇ ਤੇ ਹੱਸਦੇ ਸੀ ਨਾ, ਅੱਜ ਮੇਰੀ ਕਈ ਵਾਰ ਉਹਨਾਂ ਦੇ ਮੈਨੂੰ ਮੈਸੇਜ ਆਉਂਦੇ ਆ ਤਾਂ ਮੈਂ ਇੰਗਲਿਸ਼ 'ਚ ਗੱਲ ਕਰੀਂਦੀ ਆ ਉਹਨਾਂ ਨਾਲ। when they call me then I try to speak English, ਤੇ ਉਹ ਦੇਖਦੇ ਆ ਇਹ ਉਹੀ ਹਰਜੀਤ ਆ, ਇਹ ਉਹੀ ਹਰਜੀਤ ਆ। my family also, ਕਿ ਹਰਜੀਤ ਤੈਨੂੰ ਇੰਗਲਿਸ਼ ਆ ਗਈ, ਤੂੰ ਬੋਲਦੀ ਆ? ਜੇ ਮੈਂ ਕਰ ਸਕਦੀ ਆ ਨਾ ਤਾਂ ਤੁਸੀਂ ਕਿਉਂ ਨਹੀਂ ਕਰ ਸਕਦੇ? why you feel about people, what they think? ਸੋਚੀ ਜਾਣ ਦੋ, ਸਾਨੂੰ ਕੀ? ਪਹਿਲਾਂ ਸਭ ਤੋਂ ਪਹਿਲਾਂ ਆਪਣੀਆਂ ਕਮੀਆਂ ਜਾਣੋ। ਜੇ ਕਈ ਸਟੂਡੈਂਟਾਂ ਦੀ ਆਦਤ ਕੀ ਹੁੰਦੀ ਹੈ, ਸਾਡੇ 5.5 ਬੈਂਡ ਆ ਗਏ, ਸਾਨੂੰ ਨਾ ਆਈ ਵਾਰ 5.5 ਬੈਂਡ ਆਈ ਜਾਂਦੇ ਆ, ਉਹ ਆਈ ਵਾਰ 5.5 ਦੇਈ ਜਾਂਦੇ। ਨਹੀਂ, ਇੱਥੇ ਤੁਸੀਂ ਗਲਤ ਹੋ, ਤੁਹਾਡੀਆਂ ਕਿਤੇ ਨਾ ਕਿਤੇ ਕਮੀਆਂ ਨੇ, ਜਿਹੜੀਆਂ ਕਮੀਆਂ ਨੂੰ ਤੁਸੀਂ ਫੜ ਨਹੀਂ ਰਹੇ, ਉਹ ਕਮੀਆਂ ਤੇ ਤੁਸੀਂ ਅਮਲ ਨਹੀਂ ਕਰ ਰਹੇ, ਤੁਸੀਂ ਆਪਣੀਆਂ ਕਮੀਆਂ ਆਪ ਹੀ ਨਹੀਂ ਦੇਖ ਰਹੇ। ਜੇ ਤੁਸੀਂ ਆਪਣੀਆਂ ਕਮੀਆਂ ਫੜੋ ਸਾਡੀ ਪ੍ਰੋਬਲਮ ਕਿੱਥੇ ਆ, ਫਿਰ ਤੁਸੀਂ ਕਾਮਯਾਬ ਹੋਵੋਗੇ। ਬਹੁਤ ਸਾਰੀਆਂ ਕੁੜੀਆਂ ਆ ਜਿਹੜੀਆਂ ਮੇਰੇ ਨਾਲ ਆਈਲੈਟਸ ਕਰਦੀਆਂ ਸੀ, ਹਾਲੇ ਵੀ ਉਹ ਆਈਲੈਟਸ ਕਰ ਰਹੀਆਂ ਨੇ, ਪਰ ਮੈਂ ਉਹਨਾਂ ਨੂੰ ਜਦੋਂ ਕੋਸ਼ਿਸ਼ ਕਰਦੀ ਆ ਨਾ ਵੀ ਤੁਹਾਡੇ 'ਚ ਇੱਥੇ ਕਮੀਆਂ ਕਰੋ, ਉਹ ਕਹਿੰਦੀਆਂ ਨੇ ਨਹੀਂ ਅਸੀਂ ਤਾਂ ਪ੍ਰੈਕਟਿਸ ਬਹੁਤ ਕਰਦੇ ਆ, ਅਸੀਂ ਤਾਂ ਐਂ ਬਹੁਤ ਕਰਦੇ ਆ। ਉਹ ਮੰਨਣ ਨੂੰ ਤਿਆਰ ਹੀ ਨਹੀਂ, ਗਲਤੀਆਂ ਮੰਨਣ ਨੂੰ ਤਿਆਰ ਹੀ ਨਹੀਂ। ਉਹ ਆਪਣੇ ਆਪ ਨੂੰ ਧੋਖਾ ਦੇ ਰਹੇ ਨੇ ਲੋਕ ਜੋ ਆਪਣੀਆਂ ਕਮੀਆਂ ਨਹੀਂ ਦੇਖਦੇ। ਅੱਜ ਵੀ ਮੇਰੇ ਨਾਲ ਬਹੁਤ ਸਾਰੇ ਲੋਕੀ ਜਿਹੜੇ ਐਡ ਆ ਨਾ, ਮੈਂ ਉਹਨਾਂ ਨੂੰ ਹਮੇਸ਼ਾ ਕਹਿਣੀ ਆ ਜਦ ਮੈਂ ਇੰਗਲਿਸ਼ ਗਲਤ ਲਿਖਦੀ ਆ ਤਾਂ ਮੈਨੂੰ ਤੁਸੀਂ ਸਹੀ ਲਿਖ ਕੇ ਭੇਜੋ, ਮੈਂ ਕਿੱਥੇ ਗਲਤ ਆ ਮੈਂ ਉਹਨੂੰ ਇੰਪਰੂਵਮੈਂਟ ਕਰਾਂ। ਜਿੱਥੇ ਵੀ ਮੈਂ ਕੰਮ ਕਰਦੀ ਆ ਨਾ, ਮੈਂ ਉੱਥੇ ਪਹਿਲੇ ਦਿਨ ਜਦੋਂ ਆਈ ਸੀ ਨਾ ਮੇਰੇ ਤੋਂ ਇੰਗਲਿਸ਼ ਨਹੀਂ ਬੋਲ ਹੁੰਦੀ ਸੀ, ਦੂਜੇ ਦਿਨ ਤੀਜੇ ਦਿਨ ਕਰਦੇ ਹੌਲੀ ਹੌਲੀ ਹੁਣ ਮੈਂ ਇੰਗਲਿਸ਼ ਬੋਲਦੀ ਆ। ਤਾਂ ਮੈਂ ਉਹਨਾਂ ਨੂੰ ਕਹਿੰਦੀ ਆ ਵੀ ਜਿੱਥੇ ਵੀ ਮੇਰੀ ਪ੍ਰੋਬਲਮ ਆ ਪਲੀਜ਼ ਮੈਨੂੰ ਦੱਸੋ, ਮੈਂ ਉਹਨੂੰ ਇੰਪਰੂਵ ਕਰਨਾ। ਮੈਂ ਇਹ ਨਹੀਂ ਕਹਿੰਦੀ ਕਿ ਫਲਾਣੇ ਬੰਦੇ ਨੇ ਮੈਂ ਇੰਗਲਿਸ਼ ਬੋਲੀ ਨੇ ਮੇਰੀ ਗਲਤੀ ਕਰਤੀ, ਨੋ, ਮੈਂ ਗਲਤੀਆਂ ਕਢਵਾਉਣੀਆਂ ਵੀ ਮੇਰੀਆਂ ਗਲਤੀਆਂ ਮੈਨੂੰ ਦੱਸੋ ਆਪਣੇ ਆਪ 'ਚ ਇੰਪਰੂਵਮੈਂਟ ਲਿਆਉਣ ਦੇ ਲਈ।
ਐਂਡ ਮੈਂ ਉਹਨਾਂ ਦੀ ਥੈਂਕਫੁਲ ਵੀ ਹੁੰਦੀ ਆ ਕਿ ਥੈਂਕ ਯੂ ਭਾਈ, ਤੁਸੀਂ ਮੈਨੂੰ ਦੱਸਿਆ। ਲੋਕੀ ਹੱਸਣਗੇ, ਲੋਕੀ ਕੀ ਕਹਿਣਗੇ, ਇਹ ਗੱਲਾਂ ਕਰਕੇ ਨਾ ਆਪਣੇ ਨਾਲੋਂ ਵੱਧ ਇੰਪੋਰਟੈਂਸ ਅਸੀਂ ਲੋਕਾਂ ਨੂੰ ਦੇ ਰਹੇ ਹਾਂ। ਜੇ ਇਹੀ ਇੰਪੋਰਟੈਂਸ ਅਸੀਂ ਆਪ ਨੂੰ ਦਈਏ, ਬਹੁਤ ਸਾਰੇ ਸਟੂਡੈਂਟ ਆ ਅੱਜ ਵੀ ਪੈਸਾ ਖਰਾਬ ਕਰੀ ਜਾਂਦੇ ਆ। ਮੈਂ ਵੀ ਕੀਤਾ, ਤੁਹਾਡੇ ਚੋਂ ਇੱਕ ਆ। ਮੇਰੇ ਜਿਹੜੇ ਕਲਾਸ 'ਚ, ਜਿਹੜੇ ਸਕੂਲ 'ਚ ਨਾ ਕੁੜੀਆਂ ਮੁੰਡੇ ਪੜ੍ਹਦੇ ਸੀਗੇ, ਅੱਜ ਵੀ ਉਹ ਮੈਨੂੰ ਮੈਸੇਜ ਵੀ ਕਰਦੇ ਆ ਕਿ ਹਰਜੀਤ ਨੇ ਆਈਲੈਟਸ ਕਰ ਲਈ, ਹਰਜੀਤ ਬਾਹਰ ਚਲ ਗਈ, ਇੰਨੀ ਨਲਾਇਕ ਕੁੜੀ। ਇੰਨੀ ਨਲਾਇਕ ਸੀ ਮੈਂ, ਪਿਛਲੀ ਸੀਟ ਤੇ ਬਹਿਣੀ ਹੁੰਦੀ ਸੀ ਕਲਾਸ 'ਚ, ਕਾਲਜ 'ਚ ਵੀ ਤੇ ਸਕੂਲ 'ਚ ਵੀ। ਕੋਈ ਮੈਨੂੰ ਬੁਲਾ ਕੇ ਰਾਜੀ ਨਹੀਂ ਸੀ। ਬੁਲਾਉਂਦਾ ਕੌਣ ਆ ਨਲਾਇਕ ਨੂੰ? ਆਲਾ ਕਹਿੰਦਾ ਨਲਾਇਕ ਹੈ, ਮੈਂ ਤੋਂ ਕੀ ਲੈਣਾ। ਕੋਈ ਨਹੀਂ ਬੁਲਾ ਕੇ ਰਾਜੀ ਸੀ ਮੈਨੂੰ। ਕੁੜੀਆਂ ਵੀ ਨਹੀਂ ਮੈਨੂੰ ਪਸੰਦ ਕਰਦੀਆਂ ਸੀ। ਇੱਕ ਦੋ ਫਰੈਂਡਸ ਹੁੰਦੀਆਂ ਸੀ ਮੇਰੇ ਵਰਗੀਆਂ ਜਿਹੜੀਆਂ ਨਲਾਇਕ ਹੁੰਦੀਆਂ ਸੀ, ਉਹੀ ਮੇਰੀਆਂ ਸਹੇਲੀਆਂ ਸੀ। ਕਲਾਸ 'ਚ ਕਈ ਵਾਰ ਮੈਂ ਇਦਾਂ ਹੱਥ ਉੱਤੇ ਖੜੀ ਹੁੰਦੀ ਜਿਵੇਂ ਮੈਨੂੰ ਕੁਝ ਆਉਂਦਾ ਨਹੀਂ ਸੀ ਹੁੰਦਾ। ਫੇਲੀਅਰ ਸਟੂਡੈਂਟ ਆ ਮੈਂ। ਪਰ ਮੈਂ ਮਿਹਨਤ ਕੀਤੀ ਆ, ਮਿਹਨਤ ਕਰਕੇ ਇੱਥੇ ਤੱਕ ਪਹੁੰਚੀ ਆ। ਮੇਰੀ ਜ਼ੁਬਾਨ ਦੇ ਵਿੱਚ ਬੋਲ ਨਹੀਂ ਸੀ ਹੁੰਦਾ ਕਿ ਕਿੱਦਾਂ ਬੋਲੀਂਦਾ। ਮੈਨੀ ਪੀਪਲ ਆਰ ਸ਼ੌਕਡ ਕਿ ਇਹ ਹਰਜੀਤ ਆ, ਸਾਡੇ ਪਿੰਡ ਵਾਲੀ, ਇਹ ਉਹੀ ਹਰਜੀਤ ਆ। ਬਿਕੋਜ਼ ਆਈ ਡਿਡ ਹਾਰਡ ਵਰਕ। ਮੈਂ ਮਿਹਨਤ ਕੀਤੀ ਆ। ਤੁਸੀਂ ਵੀ ਕਰ ਸਕਦੇ ਆ। ਮੈਨੂੰ ਅੱਜ ਕਈ ਦਿਨ ਪਹਿਲਾਂ ਮੈਂ ਨਾ ਟਿਕਟੌਕ ਤੇ ਲਾਈਵ ਹੋਈ ਬੈਠੀ ਸੀ, ਤਾਂ ਮੈਨੂੰ ਮੇਰੀ ਕਾਲਜ ਦੀ ਕੁੜੀ ਦਾ ਮੈਸੇਜ ਆਇਆ ਕਿ ਹਰਜੀਤ ਆਪਾਂ ਮਾਤਾ ਗੁਜਰੀ 'ਚ ਪੜ੍ਹਦੇ ਸੀ, ਮੈਂ ਉਹੀ ਆ। ਜਿਹੜੀ ਕੁੜੀਆਂ ਮੈਨੂੰ ਕਦੇ ਬੁਲਾਉਂਦੀਆਂ ਨਹੀਂ ਸੀ, ਉਹ ਅੱਜ ਮੈਨੂੰ ਮੈਸੇਜ ਕਰਦੀਆਂ। ਬਹੁਤ ਸਾਰੀਆਂ ਹਲੇ ਵੀ ਮੇਰੇ ਨਾਲ ਜਿਹੜੇ ਲੋਕੀ ਕਹਿੰਦੇ ਸੀ ਵੀ ਇਹ ਇੰਟੈਲੀਜੈਂਟ ਹੈ, ਜੇ ਆ ਬੋ ਆ, ਹਨਾ, ਹਲੇ ਵੀ ਕਈ ਵਿਚਾਰੇ ਉੱਥੇ ਹੀ ਬੈਠੇ ਆ। ਗੱਲ ਸਾਰੀ ਮਿਹਨਤ ਤੇ ਆ ਕੇ ਖੜਦੀ ਆ ਕਿ ਅਸੀਂ ਮਿਹਨਤ ਕਿੰਨੀ ਕੁ ਕਰਦੇ ਆ, ਅਸੀਂ ਆਪਣੀਆਂ ਕਮੀਆਂ ਕਿੰਨੀਆਂ ਕੁ ਫੜਦੇ ਆ। ਸੋ ਇਹ ਸੈਕਿੰਡ ਪਾਰਟ ਸੀਗਾ ਵੀਡੀਓ ਦਾ। ਜਿਹਨੇ ਫਸਟ ਪਾਰਟ ਨਹੀਂ ਦੇਖਿਆ, ਆਈਲੈਟਸ ਮੈਂ ਕੀਤੀ 2012 ਤੋਂ ਸ਼ੁਰੂ, ਤੇ 2019 'ਚ ਜਾ ਕੇ ਮੈਂ ਬੈਂਡ ਆਏ ਮੈਨੂੰ ਆਈਲੈਟਸ ਦੇ, ਤੇ ਫਿਰ ਮੇਰਾ ਕੁਝ ਬਣਿਆ ਆ। ਸੋ ਉਹ ਲੋਕ ਮੇਰੀ ਵੀਡੀਓ ਨੂੰ YouTube ਤੇ ਹਰਜੀਤ ਕੌਰ ਬਡਰੁੱਖਾਂ ਚੈਨਲ ਤੇ ਜਾ ਕੇ ਦੇਖ ਸਕਦੇ ਆ। ਸੋ ਨੀਚੇ ਜੇ ਕੋਈ ਗੱਲ ਚੰਗੀ ਵੀ ਲੱਗੀ, ਜੇ ਗੱਲ ਕੋਈ ਬੁਰੀ ਵੀ ਲੱਗੀ, ਤਾਂ ਇਸ ਵੀਡੀਓ ਦੇ ਨੀਚੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ। ਤੇ ਇਹ ਵੀਡੀਓ ਉਹਨਾਂ ਲੋਕਾਂ ਦੇ ਨਾਲ ਜ਼ਰੂਰ ਸ਼ੇਅਰ ਕਰੋ ਜਿਹੜੇ ਸਪੈਸ਼ਲੀ ਇੰਗਲਿਸ਼ ਨੂੰ ਸਿੱਖਦੇ ਆ ਜਾਂ ਫਿਰ ਆਇਲਸ ਕਰਦੇ ਆ। ਉਹਨਾਂ ਤੱਕ ਇਹ ਵੀਡੀਓ ਸਾਰਿਆਂ ਤੱਕ ਜ਼ਰੂਰ ਗਰੁੱਪਾਂ ਦੇ ਵਿੱਚ ਪਾ ਕੇ ਸ਼ੇਅਰ ਕਰੋ। ਜਿਹੜੇ 2-2 4-4 5-5 ਸਾਲਾਂ ਤੋਂ ਆਈਲੈਟਸ ਕਰੀ ਜਾਂਦੇ, ਇੰਗਲਿਸ਼ ਸਿੱਖੀ ਜਾਂਦੇ, ਇੰਗਲਿਸ਼ ਆਉਂਦੀ ਨਹੀਂ, ਉਹਨਾਂ ਨੂੰ ਆਪਣੀਆਂ ਕਮੀਆਂ ਫੜਨੀਆਂ ਚਾਹੀਦੀਆਂ ਨੇ ਕਿ ਉਹਨਾਂ ਦੀਆਂ ਕਮੀਆਂ ਕਿੱਥੇ ਆ। ਟਰਾਈ ਕਰਿਆ ਕਰੋ ਸਵੇਰੇ ਉੱਠਣ ਸਾਰ ਇੱਕ ਵਾਰ ਪੜ੍ਹਿਆ ਕਰੋ ਇੰਗਲਿਸ਼ ਨੂੰ ਉੱਚੀ ਉੱਚੀ ਨਿਊਜ਼ਪੇਪਰ ਰੀਡ ਕਰਿਆ ਕਰੋ, ਉੱਚੀ ਉੱਚੀ ਆਪਣਾ ਕੋਈ ਵੀ ਟੌਪਿਕ ਫੜ ਲਿਆ ਕਰੋ। ਘਰ ਦੇ ਵਿੱਚੋਂ ਤੁਸੀਂ ਕੋਈ ਕੰਮ ਕਰ ਰਹੇ ਆ, ਤੁਸੀਂ ਕੋਈ ਤੁਹਾਡੇ ਘਰ ਆਇਆ, ਤੁਹਾਡੇ ਗਿਆ, ਉਹਨੂੰ ਐਕਸਪਲੇਨ ਕਰਿਆ ਕਰੋ। ਅੱਜ ਸਾਡੇ ਘਰ ਫਲਾਨਾ ਬੰਦਾ ਆਇਆ, ਸਾਡੇ ਘਰ 4 ਘੰਟੇ ਬੈਠਿਆ, ਅਸੀਂ ਉਹਨੂੰ ਆਹ ਫੂਡ ਸਰਵ ਕੀਤਾ, ਹੈ ਨਾ,
ਅਤੇ ਉਸ ਤੋਂ ਬਾਅਦ ਅਸੀਂ ਗੱਲਾਂ ਬਾਤਾਂ ਕੀਤੀਆਂ ਅਤੇ ਥੋੜ੍ਹਾ ਸਮਾਂ 4 ਘੰਟੇ ਸਾਡੇ ਘਰ ਰਹੇ। ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਮਾਰਕੀਟ ਲੈ ਗਏ ਜਾਂ ਕਿਤੇ ਵੀ ਲੈ ਗਏ, ਉੱਥੇ ਜਾ ਕੇ ਅਸੀਂ ਸ਼ੋਪਿੰਗ ਕੀਤੀ। ਮਤਲਬ ਇੱਕ ਨਾ ਸਟੋਰੀ ਆਪ ਬਣਾ ਲਿਆ ਕਰੋ ਅਤੇ ਆਪ ਬਣਾ ਕੇ ਉਹਨੂੰ ਇੰਗਲਿਸ਼ ਦੇ ਵਿੱਚ ਬੋਲਣ ਦੀ ਉੱਚੀ ਉੱਚੀ ਕੋਸ਼ਿਸ਼ ਕਰਿਆ ਕਰੋ ਘਰੇ। ਲੋਕ ਕੀ ਕਹਿਣਗੇ, ਘਰ ਦੇ ਕੀ ਕਹਿਣਗੇ, ਗਲਤ ਬੋਲਦਾ ਜੇ ਬੋਲੀ ਜਾਣ ਦੋ, ਕੰਨਾਂ 'ਚ ਰੂੰ ਦੇ ਲਓ, ਰੂੰ ਦੇ ਲਓ। ਉਹਨਾਂ ਟਾਈਮ ਜਿੰਨਾ ਟਾਈਮ ਤੁਸੀਂ ਕੁਝ ਬਣ ਨਹੀਂ ਜਾਂਦੇ, ਜਿੱਦੇ ਤੁਸੀਂ ਬਣ ਗਏ ਉਹਦੇ ਰੂੰ ਕੱਢ ਦਿਓ ਤੇ ਫੇਰ ਸੁਣਿਓ ਉਹੀ ਲੋਕ ਤੁਹਾਡੇ ਬਾਰੇ ਕੀ ਕਹਿੰਦੇ ਆ। ਸਕੂਨ ਹੀ ਅਲੱਗ ਆਉਂਦਾ ਫਿਰ ਤਾਂ। ਸੋ ਰਾਤ ਨੂੰ ਜਦੋਂ ਪੈਂਦੇ ਹੋ ਨਾ, ਜਦੋਂ ਸੌਂਦੇ ਹੋ, ਕੋਸ਼ਿਸ਼ ਕਰਿਆ ਕਰੋ ਅੱਧਾ ਘੰਟਾ ਪਹਿਲਾਂ ਇੰਗਲਿਸ਼ ਬੋਲੀ ਜਾਇਆ ਕਰੋ। ਇਕੱਲੇ ਬੈਠੇ ਆ, ਰੂਮ 'ਚ ਬੈਠੇ ਆ, ਜਿੱਦਾਂ ਹੁਣ ਮੈਂ ਬੈਠੀ ਆ, ਇੱਦਾਂ ਬੋਲੀ ਜਾਓ, ਬੋਲੀ ਜਾਓ, ਬੋਲੀ ਜਾਓ, ਬੋਲੀ ਜਾਓ। ਜਿਹੜੇ ਇੰਗਲਿਸ਼ ਅਸੀਂ ਲਿਖਦੇ ਆ, ਲਿਖੀ ਜਾਓ, ਲਿਖੀ ਜਾਓ, ਲਿਖੀ ਜਾਓ। ਨਹੀਂ ਆਊਗੀ ਜਿੰਨਾ ਟਾਈਮ ਤੁਸੀਂ ਬੋਲੋਗੇ ਨਹੀਂ। ਇਹੋ ਜਿਹੇ ਵੀ ਬਹੁਤ ਸਾਰੇ ਲੋਕੀ ਆ ਜਿਨ੍ਹਾਂ ਨੂੰ ਇੰਗਲਿਸ਼ ਲਿਖਣੀ ਨਹੀਂ ਆਉਂਦੀ, ਪੜ੍ਹਨੀ ਨਹੀਂ ਆਉਂਦੀ, ਪਰ ਉਹ ਬੋਲਦੇ ਆ। ਜਦ ਅਸੀਂ ਬੋਲਾਂਗੇ ਨਾ, ਫੇਰ ਹੀ ਇੰਗਲਿਸ਼ ਦਾ ਫਾਇਦਾ, ਫੇਰ ਹੀ ਤੁਸੀਂ ਕੁਝ ਕਰ ਸਕਦੇ ਆ। ਬਸ ਸਵੇਰੇ ਉੱਠ ਕੇ, ਸ਼ਾਮ ਨੂੰ, ਦੁਪਹਿਰੇ, ਜਦੋਂ ਵੀ ਤੁਹਾਨੂੰ ਟਾਈਮ ਮਿਲਦਾ ਨਾ, ਬਣਾਈ ਜਾਓ ਇੰਗਲਿਸ਼। ਇੰਗਲਿਸ਼ 'ਚ ਚੈਟ ਕਰਦੇ ਆ ਤਾਂ ਟਰਾਈ ਕਰੋ ਇੰਗਲਿਸ਼ 'ਚ ਚੈਟ ਕਰੋ। ਤੁਸੀਂ ਟੀਚਰ ਨਾਲ ਗੱਲ ਕਰ ਰਹੇ ਆ, ਇੰਗਲਿਸ਼ ਦਾ ਟੀਚਰ ਆ, ਤੁਸੀਂ ਇੰਸਟੀਟਿਊਟ ਜਾਂਦੇ ਹੋ, ਉੱਥੇ ਇੰਗਲਿਸ਼ ਹੀ ਬੋਲੋ। ਗਲਤ ਬੋਲਦੇ ਆ, ਈਵਨ ਤੁਹਾਨੂੰ ਟੀਚਰ ਕਾਹਦੇ ਲਈ ਆ, ਤੁਹਾਨੂੰ ਦੱਸਣ ਲਈ ਆ ਵੀ ਭਾਈ ਤੂੰ ਗਲਤ ਬੋਲਿਆ, ਇਹਨੂੰ ਸਹੀ ਕਰ ਲਾ। ਸਟੂਡੈਂਟ ਜਿਹੜੇ ਤੁਹਾਡੇ ਨਾਲ ਪੜ੍ਹ ਰਹੇ ਆ ਨਾ, ਤੁਹਾਡੇ ਨਾਲ ਇੰਗਲਿਸ਼ ਸਿੱਖ ਰਹੇ ਆ, ਚਾਹੇ ਤੁਹਾਨੂੰ ਇਹ ਤੋਂ ਮੰਨਿਆ ਥੋੜੀ ਬਹੁਤੀ ਜ਼ਿਆਦਾ ਆਉਂਦੀ ਆ, ਪਰ ਉਹਨਾਂ ਦੀ ਕੋਈ ਮਦਰ ਟੰਗ ਨਹੀਂ ਹੈਗੀ ਇਹ ਕਿ ਉਹਨਾਂ ਨੂੰ ਆਉਂਦੀ ਆ। ਸਾਡੀ ਸੈਕਿੰਡ ਲੈਂਗੁਏਜ ਆ। ਉਹ ਵੀ ਸਿੱਖ ਰਹੇ ਆ ਤੁਹਾਡੇ ਨਾਲ, ਮੰਨਿਆ ਕਿ ਤੁਹਾਡੇ ਨੂੰ ਥੋੜਾ ਬਹੁਤਾ ਜ਼ਿਆਦਾ ਹੁੰਦਾ, ਉਹ ਵੀ ਸਿੱਖ ਰਹੇ ਆ ਤੇ ਤੁਸੀਂ ਵੀ ਸਿੱਖ ਰਹੇ ਆ। ਸੋ ਚੱਕ ਦੋ ਫੱਟੇ। ਪੰਜਾਬ 'ਚ ਵੀ ਰਹਿਣਾ ਤਾਂ ਇੰਗਲਿਸ਼ ਤੁਸੀਂ ਬੋਲ ਸਕਦੇ ਆ। ਇੱਕ ਹੋਰ ਚੀਜ਼ ਸਭ ਤੋਂ ਵੱਡੀ ਮੈਂ ਜਿੱਥੋਂ ਇੰਗਲਿਸ਼ ਸਿੱਖੀ ਆ, YouTube। YouTube ਤੋਂ ਮੈਂ ਸਭ ਤੋਂ ਵੱਧ ਹੈਲਪ ਲਈ ਆ ਇੰਗਲਿਸ਼ ਦੀ। ਮੈਨੂੰ ਲਿਸਨਿੰਗ ਸੀ ਜਿਹੜੀ ਬਹੁਤ ਵੀਕ ਸੀ, ਮੈਨੂੰ ਸਮਝ ਨਹੀਂ ਆਉਂਦੀ, ਅੰਡਰਸਟੈਂਡਿੰਗ ਨਹੀਂ ਆਉਂਦੀ, ਤਾਂ ਮੈਂ ਮੂਵੀਜ਼ ਦੇਖਦੀ ਸੀ, ਇੰਗਲਿਸ਼ ਮੂਵੀਜ਼ ਮੈਂ ਦੇਖਦੀ ਸੀ। ਇੰਗਲਿਸ਼ ਸੌਂਗ ਤਾਂ ਖੈਰ ਹੈ ਕਿ ਮੈਨੂੰ ਹਾਲੇ ਤੱਕ ਸਮਝ ਨਹੀਂ ਆਉਂਦੇ, ਬਹੁਤ ਸਾਰੇ ਸੌਂਗ ਸਮਝ ਨਹੀਂ ਆਉਂਦੇ। ਸੋ ਮੈਂ ਇੰਗਲਿਸ਼ ਮੂਵੀਜ਼ ਦੇਖਣੀਆਂ ਹੈ ਨਾ। ਸੋ ਮੈਂ ਇੰਗਲਿਸ਼ ਦੇ ਵਿੱਚ ਮੈਂ ਉੱਥੇ ਜੋ ਵੀ ਮੈਨੂੰ ਰਿਲੇਟਡ ਹੁੰਦਾ ਸੀ, ਕੋਈ ਟੌਪਿਕ ਹੁੰਦਾ ਨਾ, ਉਹ ਮੈਂ ਟੌਪਿਕ ਨੂੰ ਪੜ੍ਹਨ ਦੀ ਬਜਾਏ ਮੈਂ ਸੁਣਦੀ ਸੀ, ਲਿਸਨਿੰਗ ਸੁਣਦੀ ਸੀ। ਪਹਿਲਾਂ ਮੈਂ ਉਹਨਾਂ ਲਿਸਨ ਕਰਦੀ ਸੀ। ਤੇ ਬਾਕੀ ਵੋਕੈਬਲਰੀ ਮੈਂ ਬਹੁਤ ਸਾਰੀ YouTube ਤੋਂ ਲਈ ਆ। ਜ਼ਰੂਰੀ ਨਹੀਂ ਹੈਗਾ ਕਿ ਇੰਗਲਿਸ਼ ਅਸੀਂ ਕਿਸੇ ਇੰਸਟੀਟਿਊਟ 'ਚ ਲੱਗ ਕੇ ਹੀ ਇੰਗਲਿਸ਼ ਸਿੱਖ ਸਕਦੇ ਆ। ਇੰਗਲਿਸ਼ ਤਾਂ ਤੁਹਾਡੇ ਫੋਨਾਂ ਦੇ ਵਿੱਚ ਆ, ਸਾਡੇ ਹੱਥ ਦੇ ਵਿੱਚ ਇੰਗਲਿਸ਼ ਆ। ਸਾਨੂੰ ਪੈਸੇ ਵੀ ਲਾਉਣ ਦੀ ਜ਼ਰੂਰਤ ਨਹੀਂ ਕਿਤੇ, ਤੁਸੀਂ ਘਰੇ ਬਹਿ ਕੇ ਵੀ ਸਿੱਖ ਸਕਦੇ ਆ ਜਿਹਨੇ ਸਿੱਖਣੀ ਆ। ਫੋਨ ਲਓ, ਜਿੰਨਾ ਟਾਈਮ ਅਸੀਂ ਆਪਣਾ ਖਰਾਬ ਕਰਦੇ ਆਂ, ਵੇਸਟ ਕਰਦੇ ਆਂ, ਕਦੇ ਕੁਛ ਦੇਖ ਲਿਆ ਫੋਨ 'ਚ, ਕਦੀ ਕੁਛ ਦੇਖ ਲਿਆ, ਕਦੀ ਕੁਛ ਦੇਖ ਲਿਆ। ਜੇ ਤੁਹਾਡਾ ਇੰਟਰਸਟ ਹੈ ਨਾ ਇੰਗਲਿਸ਼ ਸਿੱਖਣ ਦਾ, ਤਾਂ ਇੰਗਲਿਸ਼ ਮੂਵੀਜ਼ ਦੇਖੋ, ਇੰਗਲਿਸ਼ ਸੌਂਗ ਸੁਣਨ ਦੀ ਟਰਾਈ ਕਰੋ। ਤੇ ਇੰਗਲਿਸ਼ ਤੁਸੀਂ ਟੈਂਸ, ਜੇ ਤੁਹਾਨੂੰ ਟੈਂਸਾਂ ਦੇ ਵਿੱਚ ਪ੍ਰੋਬਲਮ ਹੈ, ਟੈਂਸ ਦੇਖੋ। ਤੁਹਾਨੂੰ ਤੁਸੀਂ ਰੀਡਿੰਗ ਦੇਖਣੀ ਆ, ਰਾਈਟਿੰਗ ਦੇਖਣੀ ਆ, ਰਾਈਟਿੰਗ ਬਹੁਤ ਸੋਹਣੀ, ਬਹੁਤ ਟਿਪਸ, ਬਹੁਤ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਰਾਈਟਿੰਗ ਉਹਦੇ ਵਿੱਚ ਦੱਸਿਆ ਜਾਂਦਾ। It depends upon you. You can do if you want. You can get success easily. You have everything.
ਕਈ ਲੋਕੀ ਕਹਿ ਦਿੰਦੇ ਆ ਨਾ ਸਾਡੇ ਕੋਲ ਪੈਸਾ ਨਹੀਂ ਲੱਗਣ ਨੂੰ, ਅਸੀਂ ਗਰੀਬ ਆ ਜੀ, ਅਸੀਂ ਲੱਗ ਨਹੀਂ ਸਕਦੇ ਇੰਸਟੀਚਿਊਟ 'ਚ। ਪਰ ਫੋਨ ਤਾਂ ਅੱਜ ਕੱਲ ਸਾਰਿਆਂ ਕੋਲ ਆ, ਚਾਹੇ ਬੰਦਾ ਗਰੀਬ ਆ ਚਾਹੇ ਬੰਦਾ ਅਮੀਰ ਆ। Everybody has phone। ਸੋ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤਾਂ ਜ਼ਰੂਰ ਕਰ ਦਿਓ। ਬਾਕੀ ਹੱਸਦੇ ਵਸਦੇ ਰਹੋ ਜੀ ਸਾਰੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।